ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਾਡੀ ਅੱਜ ਦੀ ਕਹਾਣੀ ਸਾਡੇ ਮਨ ਦੇ ਵਿਚਾਰਾਂ ਨੂੰ ਕਾਬੂ ਕਰਨ ਸੰਬੰਧੀ ਹੈ। ਮਨ ਦੇ ਵਿਚਾਰਾਂ ਨੂੰ ਕਾਬੂ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਤਾਂ ਹੀ ਸਾਡੇ ਬਾਬੇ ਨਾਨਕ ਨੇ ਕਿਹਾ ਹੈ, ਮਨ ਜੀਤੇ ਜਗ ਜੀਤ। ਜੇ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ ਤਾਂ ਸਮਝੋ ਕਿ ਜਗ ਨੂੰ ਜਿੱਤ ਲਿਆ। ਆਓ ਦੋਸਤੋ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਕਹਾਣੀ। ਇੱਕ ਫਕੀਰ ਆਪਣੇ ਘਰ ਤੋਂ ਨਿਕਲਿਆ ਸੀ। ਕਿਸੇ ਆਪਣੇ ਦੋਸਤ ਦੇ ਕੋਲ ਜਾ ਰਿਹਾ ਸੀ। ਘੋੜੇ ਤੇ ਬੈਠਾ ਹੀ ਸੀ ਕਿ ਅਚਾਨਕ ਉਸਦੇ ਬਚਪਨ ਦਾ ਇੱਕ ਦੋਸਤ ਆ ਗਿਆ। ਉਸਨੇ ਕਿਹਾ, ਤੁਸੀਂ ਘਰੇ ਰੁਕੋ, ਮੈਂ ਬਹੁਤ ਸਾਲਾਂ ਬਾਅਦ ਤੁਹਾਨੂੰ ਮਿਲਣ ਆਇਆ ਹਾਂ, ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ। ਪਰ ਉਹ ਫਕੀਰ ਕਹਿੰਦਾ ਹੈ ਕਿ ਅੱਜ ਮੈਂ ਆਪਣੇ ਕਿਸੇ ਮਿੱਤਰ ਨੂੰ ਮਿਲਣ ਜਾਣਾ ਹੈ। ਮੈਂ ਉਹਨੂੰ ਵਚਨ ਦੇ ਚੁੱਕਿਆ ਹਾਂ, ਉਹ ਮੇਰੀ ਰਾਹ ਤੱਕਦਾ ਹੋਵੇਗਾ, ਮੈਨੂੰ ਜਾਣਾ ਹੀ ਪਵੇਗਾ। ਤੁਸੀਂ ਉਹਨਾਂ ਸਮਾਂ ਘਰੇ ਬੈਠ ਕੇ ਆਰਾਮ ਕਰ ਲਵੋ। ਪਰ ਉਸਦੇ ਮਿੱਤਰ ਨੇ ਕਿਹਾ ਕਿ ਮੈਨੂੰ ਚੈਨ ਨਹੀਂ ਹੈ, ਮੈਂ ਇਕੱਲਾ ਘਰੇ ਬੈਠ ਕੇ ਆਰਾਮ ਨਹੀਂ ਕਰ ਸਕਦਾ। ਬਹੁਤ ਦੇਰ ਬਾਅਦ ਮਿਲੇ ਹਾਂ, ਚਲੋ ਐਵੇਂ ਕਰਦੇ ਹਾਂ, ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ। ਮੇਰੇ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਧੂੜ ਘੱਟਾ ਸੀ, ਸੋ ਆਉਂਦੇ ਆਉਂਦੇ ਮੇਰੇ ਕੱਪੜੇ ਖਰਾਬ ਹੋ ਗਏ ਹਨ। ਤੁਸੀਂ ਐਵੇਂ ਕਰੋ, ਮੈਨੂੰ ਆਪਣੇ ਕੁਝ ਕੱਪੜੇ ਪਹਿਨਣ ਲਈ ਦੇ ਦਿਓ ਤਾਂ ਕਿ ਮੈਂ ਵੀ ਤੁਹਾਡੇ ਨਾਲ ਤੁਹਾਡੇ ਮਹਿਮਾਨ ਦੇ ਘਰ ਜਾ ਸਕਾਂ। ਤਾਂ ਉਸ ਫਕੀਰ ਨੇ ਕਿਹਾ ਕਿ ਇਹ ਤਾਂ ਕੋਈ ਗੱਲ ਹੀ ਨਹੀਂ। ਕੁਝ ਸਮਾਂ ਪਹਿਲਾਂ ਹੀ ਉੱਥੋਂ ਦੇ ਰਾਜੇ ਨੇ ਉਸ ਫਕੀਰ ਨੂੰ ਬਹੁਤ ਕੀਮਤੀ ਵਸਤਰ ਭੇਂਟ ਕੀਤੇ ਸਨ, ਜਿਨ੍ਹਾਂ ਦੇ ਵਿੱਚ ਇੱਕ ਕੋਟ, ਇੱਕ ਪੱਗ ਅਤੇ ਇੱਕ ਧੋਤੀ ਸੀ। ਉਹਨੇ ਸੰਭਾਲ ਕੇ ਰੱਖੀ ਹੋਈ ਸੀ ਤਾਂ ਕਿ ਉਹਨੂੰ ਕਿਸੇ ਖਾਸ ਮੌਕੇ ਦੇ ਉੱਪਰ ਪਹਿਨ ਸਕੇ। ਤਾਂ ਉਹ ਫਕੀਰ ਆਪਣੇ ਦੋਸਤ ਲਈ ਖੁਸ਼ੀ-ਖੁਸ਼ੀ ਉਹ ਅੰਦਰੋਂ ਕੱਢ ਲਿਆਇਆ। ਜਦੋਂ ਉਸਦੇ ਦੋਸਤ ਨੇ ਉਹ ਕੱਪੜੇ ਪਾ ਲਏ ਤਾਂ ਉਸ ਫਕੀਰ ਦੇ ਮਨ ਅੰਦਰ ਈਰਖਾ ਪੈਦਾ ਹੋਈ। ਉਸ ਨੂੰ ਲੱਗਿਆ ਜਿਵੇਂ ਉਸ ਦਾ ਦੋਸਤ ਇੱਕ ਰਾਜੇ ਦੀ ਤਰ੍ਹਾਂ ਦਿਖਣ ਲੱਗ ਗਿਆ ਹੋਵੇ। ਕੱਪੜੇ ਬਹੁਤ ਹੀ ਕੀਮਤੀ ਸਨ। ਕੱਪੜੇ ਪਹਿਨਣ ਤੋਂ ਬਾਅਦ ਉਸ ਫਕੀਰ ਦਾ ਦੋਸਤ ਬਿਲਕੁਲ ਰਾਜੇ ਦੀ ਤਰ੍ਹਾਂ ਦਿਖਣ ਲੱਗਿਆ ਅਤੇ ਫਕੀਰ ਉਸ ਦੇ ਸਾਹਮਣੇ ਇੱਕ ਨੌਕਰ ਚਾਕਰ ਦੀ ਤਰ੍ਹਾਂ ਦਿਖਾਈ ਦੇਣ ਲੱਗਿਆ। ਤਾਂ ਫਕੀਰ ਨੇ ਸੋਚਿਆ ਕਿ ਇਹ ਤਾਂ ਬਹੁਤ ਵੱਡੀ ਗੜਬੜ ਹੋ ਗਈ, ਇਹ ਤਾਂ ਗਲਤ ਹੋ ਗਿਆ। ਜਿਨ੍ਹਾਂ ਦੇ ਘਰ ਮੈਂ ਜਾ ਰਿਹਾ ਹਾਂ ਉਹਨਾਂ ਸਾਰਿਆਂ ਦਾ ਧਿਆਨ ਮੇਰੇ ਮਿੱਤਰ ਉੱਪਰ ਹੀ ਰਹੇਗਾ, ਮੇਰੇ ਵੱਲ ਤਾਂ ਕੋਈ ਦੇਖੇਗਾ ਹੀ ਨਹੀਂ। ਪਰ ਉਹ ਵਾਰ-ਵਾਰ ਆਪਣੇ ਮਨ ਨੂੰ ਸਮਝਾਉਂਦਾ ਹੈ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਮੈਂ ਤਾਂ ਇੱਕ ਫਕੀਰ ਹਾਂ, ਆਤਮਾ ਅਤੇ ਪਰਮਾਤਮਾ ਦੀਆਂ ਗੱਲਾਂ ਕਰਨ ਵਾਲਾ ਫਕੀਰ। ਕੀ ਰੱਖਿਆ ਹੈ ਇਹਨਾਂ ਕੱਪੜਿਆਂ ਦੇ ਵਿੱਚ, ਕੀ ਰੱਖਿਆ ਹੈ ਇਸ ਕੋਟ ਦੇ ਵਿੱਚ, ਇਸ ਪਗੜੀ ਦੇ ਵਿੱਚ ਅਤੇ ਇਸ ਧੋਤੀ ਦੇ ਵਿੱਚ। ਜਿਹਨੇ ਵੀ ਪਾ ਰੱਖੇ ਹਨ ਚੰਗਾ ਹੈ, ਕੀ ਫਰਕ ਪੈਂਦਾ ਹੈ ਕਿ ਕੱਪੜੇ ਕਿਸ ਨੇ ਪਾਏ ਹੋਏ ਹਨ। ਉਹ ਆਪਣੇ ਮਨ ਨੂੰ ਬਹੁਤ ਜ਼ਿਆਦਾ ਸਮਝਾਉਂਦਾ ਹੈ, ਪਰ ਜਿੰਨਾ ਜ਼ਿਆਦਾ ਉਹ ਆਪਣੇ ਮਨ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਇਹ ਵਿਚਾਰ ਓਨੀ ਹੀ ਤੇਜ਼ੀ ਨਾਲ ਉਸ ਦੇ ਮਨ ਅੰਦਰ ਘਰ ਕਰ ਰਹੇ ਹਨ। ਤਾਂ ਉਸ ਦਾ ਦੋਸਤ ਕਿਸੇ ਹੋਰ ਵਿਸ਼ੇ ਦੇ ਉੱਪਰ ਗੱਲ ਕਰਨ ਲੱਗਿਆ, ਪਰ ਫਕੀਰ ਦੇ ਅੰਦਰ ਤਾਂ ਉਹੀ ਗੱਲ ਚੱਲ ਰਹੀ ਸੀ, ਬਸ ਕੱਪੜੇ ਕੱਪੜੇ ਕੱਪੜੇ। ਰਸਤੇ ਵਿੱਚ ਮਿਲਣ ਵਾਲੇ ਸਾਰੇ ਲੋਕ ਵੀ ਉਸ ਦੇ ਦੋਸਤ ਵੱਲ ਹੀ ਦੇਖ ਰਹੇ ਸਨ, ਫਕੀਰ ਵੱਲ ਕਿਸੇ ਦਾ ਵੀ ਧਿਆਨ ਨਹੀਂ ਸੀ। ਫਕੀਰ ਦੇ ਮਨ ਵਿੱਚ ਫਿਰ ਗੱਲ ਆਉਂਦੀ ਹੈ ਕਿ ਅੱਜ ਉਸ ਤੋਂ ਬੜੀ ਵੱਡੀ ਗਲਤੀ ਹੋ ਗਈ, ਉਸ ਦੇ ਵੱਲ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ। ਜਿਨ੍ਹਾਂ ਦੇ ਘਰ ਜਾਣਾ ਸੀ ਉਹ ਉੱਥੇ ਪਹੁੰਚ ਗਏ। ਉਹਨੇ ਜਾ ਕੇ ਆਪਣੀ ਜਾਣ ਪਹਿਚਾਣ ਕਰਾਈ ਤੇ ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਦੀ ਜਾਣ ਪਹਿਚਾਣ ਕਰਾਉਣੀ ਸ਼ੁਰੂ ਕਰ ਦਿੱਤੀ। ਉਸਨੇ ਕਿਹਾ ਕਿ ਇਹ ਮੇਰਾ ਮਿੱਤਰ ਹੈ ਜਮਾਲ, ਮੇਰੇ ਬਚਪਨ ਦਾ ਦੋਸਤ ਹੈ, ਬਹੁਤ ਹੀ ਪਿਆਰਾ ਆਦਮੀ ਹੈ। ਅਤੇ ਫਿਰ ਅਚਾਨਕ ਉਹਦੇ ਮੂੰਹ ਚੋਂ ਨਿਕਲਿਆ ਕਿ ਰਹਿ ਗਏ ਕੱਪੜੇ, ਇਹ ਕੱਪੜੇ ਮੇਰੇ ਹਨ। ਕਿਉਂਕਿ ਉਹ ਫਕੀਰ ਜਿਨ੍ਹਾਂ ਦੇ ਘਰ ਗਿਆ ਸੀ ਉਹ ਸਾਰੇ ਵੀ ਉਸ ਦੇ ਦੋਸਤ ਵੱਲ ਹੀ ਦੇਖ ਰਹੇ ਸਨ, ਫਕੀਰ ਵੱਲ ਕੋਈ ਵੀ ਧਿਆਨ ਨਹੀਂ ਸੀ ਦੇ ਰਿਹਾ। ਇਸੇ ਕਾਰਨ ਉਹਦੇ ਦਿਮਾਗ ਅੰਦਰ ਬਸ ਇੱਕ ਹੀ ਚੀਜ਼ ਚੱਲ ਰਹੀ ਸੀ, ਕੋਟ ਪੱਗ ਧੋਤੀ, ਕੋਟ ਪੱਗ ਧੋਤੀ। ਤੇ ਉਹਨਾਂ ਦੀ ਵਜ੍ਹਾ ਨਾਲ ਹੀ ਉਹ ਪਰੇਸ਼ਾਨ ਹੋ ਰਿਹਾ ਸੀ ਅਤੇ ਇਸ ਕਰਕੇ ਹੀ ਉਹਦੇ ਮੂੰਹ ਦੇ ਵਿੱਚੋਂ ਇਹ ਸ਼ਬਦ ਨਿਕਲ ਗਏ ਕਿ ਇਹ ਕੱਪੜੇ ਮੇਰੇ ਹਨ। ਮਿੱਤਰ ਵੀ ਹੈਰਾਨ ਹੋਇਆ, ਘਰ ਦੇ ਲੋਕ ਵੀ ਹੈਰਾਨ ਹੋਏ ਕਿ ਇਹ ਕੀ ਪਾਗਲਪਨ ਹੈ। ਤੇ ਬੋਲੇ ਜਾਣ ਤੋਂ ਬਾਅਦ ਉਸ ਨੂੰ ਵੀ ਖਿਆਲ ਆਇਆ ਕਿ ਇਹ ਮੈਂ ਕੀ ਬੋਲ ਦਿੱਤਾ। ਤਾਂ ਉਹ ਬਹੁਤ ਪਛਤਾਇਆ ਕਿ ਮੈਥੋਂ ਭੁੱਲ ਹੋ ਗਈ। ਤੇ ਫਿਰ ਉਹ ਆਪਣੇ ਮਨ ਨੂੰ ਸਮਝਾਉਣ ਲੱਗਾ ਕਿ ਮੈਨੂੰ ਇਹੋ ਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ। ਉਹ ਘਰ ਤੋਂ ਬਾਹਰ ਨਿਕਲੇ ਤੇ ਆਪਣੇ ਦੋਸਤ ਤੋਂ ਉਹ ਮਾफ़ੀ ਮੰਗਣ ਲੱਗਿਆ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਪਤਾ ਨਹੀਂ, ਮੈਨੂੰ ਵੀ ਨਹੀਂ ਪਤਾ ਚੱਲਿਆ ਕਿ ਇਹ ਕਿਸ ਤਰ੍ਹਾਂ ਹੋਇਆ। ਉਹ ਮੇਰੀ ਜ਼ੁਬਾਨ ਸੀ ਜੋ ਚੁੱਕ ਗਈ। ਹਾਲਾਂਕਿ ਦੋਸਤੋ, ਸਾਡੀ ਜ਼ੁਬਾਨ ਦੀ ਗਲਤੀ ਤਾਂ ਕਦੇ ਵੀ ਹੁੰਦੀ ਨਹੀਂ।
ਜੋ ਕੁਝ ਸਾਡੇ ਮਨ ਵਿੱਚ ਚੱਲ ਰਿਹਾ ਹੁੰਦਾ ਹੈ, ਜ਼ੁਬਾਨ ਨੇ ਤਾਂ ਉਹੀ ਬੋਲਣਾ ਹੁੰਦਾ ਹੈ। ਸੋ ਉਹ ਆਪਣੇ ਦੋਸਤ ਤੋਂ ਮਾਫੀ ਮੰਗਦਾ ਹੈ। ਉਹਨਾਂ ਨੇ ਅੱਗੇ ਆਪਣੇ ਦੂਸਰੇ ਮਿੱਤਰ ਦੇ ਘਰ ਜਾਣਾ ਹੁੰਦਾ ਹੈ ਤਾਂ ਉਹ ਫਕੀਰ ਰਸਤੇ ਵਿੱਚ ਆਪਣੇ ਮਨ ਵਿੱਚ ਪੱਕਾ ਨਿਸ਼ਚੈ ਕਰਦਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ, ਹੁਣ ਮੈਂ ਇਹ ਨਹੀਂ ਕਹਿਣਾ ਕਿ ਇਹ ਕੱਪੜੇ ਮੇਰੇ ਹਨ। ਉਹ ਆਪਣੇ ਮਨ ਨੂੰ ਬਿਲਕੁਲ ਪੱਕਾ ਕਰ ਰਿਹਾ ਹੈ, ਆਪਣੇ ਸੰਕਲਪ ਨੂੰ ਬਹੁਤ ਦ੍ਰਿੜ ਕਰ ਰਿਹਾ ਹੈ ਕਿ ਉਹਨੇ ਇਹ ਗੱਲ ਹੀ ਨਹੀਂ ਕਰਨੀ ਕਿ ਇਹ ਕੱਪੜੇ ਮੇਰੇ ਹਨ। ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜਿੰਨਾ ਕਿਸੇ ਗੱਲ ਨੂੰ ਆਪਣੇ ਮਨ ਅੰਦਰ ਦਬਾਉਂਦੇ ਹਾਂ, ਉਹ ਗੱਲ ਓਨੀ ਹੀ ਬਾਹਰ ਓਨੀ ਹੀ ਤੇਜ਼ੀ ਨਾਲ ਆਉਂਦੀ ਹੈ। ਸੋ ਉਹ ਫਕੀਰ ਰਸਤੇ ਦੇ ਵਿੱਚ ਆਪਣੇ ਮਨ ਅੰਦਰ ਆਪਣੇ ਨਾਲ ਲੜਦਾ ਉਸ ਘਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਅਤੇ ਜਦੋਂ ਉਹ ਉਸ ਘਰ ਦੇ ਦਰਵਾਜ਼ੇ ਤੇ ਗਿਆ ਤਾਂ ਉਸ ਦੇ ਮਹਿਮਾਨਾਂ ਨੇ ਉਸ ਦੇ ਦੋਸਤ ਵੱਲ ਦੇਖਣਾ ਸ਼ੁਰੂ ਕੀਤਾ ਤੇ ਉਸ ਦੇ ਮਨ ਵਿੱਚ ਫੇਰ ਉਹੀ ਖਿਆਲ ਘੁੰਮ ਗਿਆ ਕਿ ਮੇਰਾ ਕੋਟ, ਮੇਰੀ ਪੱਗ, ਮੇਰੀ ਧੋਤੀ। ਤਾਂ ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਕਸਮ ਖਾਧੀ ਹੈ ਕਿ ਮੈਂ ਕੱਪੜਿਆਂ ਦੀ ਗੱਲ ਹੀ ਨਹੀਂ ਕਰਨੀ। ਫਿਰ ਉਹ ਫਕੀਰ ਉਸ ਘਰ ਦੇ ਲੋਕਾਂ ਨਾਲ ਆਪਣੇ ਦੋਸਤ ਦੀ ਜਾਣ ਪਹਿਚਾਣ ਕਰਾਉਣ ਲੱਗਦਾ ਹੈ ਤੇ ਉਹ ਦੱਸਦਾ ਹੈ ਕਿ ਇਹ ਮੇਰਾ ਬਚਪਨ ਦਾ ਮਿੱਤਰ ਹੈ ਜਮਾਲ, ਅਤੇ ਅਸੀਂ ਬਹੁਤ ਸਮੇਂ ਬਾਅਦ ਮਿਲੇ ਹਾਂ ਅਤੇ ਰਹਿ ਗਏ ਇਹ ਕੱਪੜੇ ਇਹ ਇਹਨਾਂ ਦੇ ਹੀ ਹਨ, ਇਹ ਮੇਰੇ ਨਹੀਂ ਹਨ। ਤਾਂ ਸਾਰੇ ਘਰ ਵਾਲੇ ਹੈਰਾਨ ਹੋ ਕੇ ਦੇਖਣ ਲੱਗੇ ਅਤੇ ਉਸ ਦਾ ਦੋਸਤ ਵੀ ਉਸ ਵੱਲ ਹੈਰਾਨ ਹੋ ਕੇ ਦੇਖਣ ਲੱਗਿਆ। ਜਦੋਂ ਉਸ ਘਰ ਤੋਂ ਬਾਹਰ ਨਿਕਲੇ ਤਾਂ ਫਕੀਰ ਫੇਰ ਉਸ ਤੋਂ ਮਾਫੀ ਮੰਗਣ ਲੱਗਿਆ ਕਿ ਪਤਾ ਨਹੀਂ ਕੀ ਹੋ ਰਿਹਾ ਹੈ, ਮੈਂ ਆਪਣੇ ਆਪ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਇਹ ਸ਼ਬਦ ਆਪਣੇ ਆਪ ਹੀ ਮੂੰਹ ਵਿੱਚੋਂ ਬਾਹਰ ਆ ਜਾਂਦੇ ਹਨ। ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਮੈਨੂੰ ਕੱਪੜਿਆਂ ਨੇ ਇਸ ਤਰ੍ਹਾਂ ਕਦੇ ਨਹੀਂ ਫੜਿਆ। ਤਾਂ ਫਕੀਰ ਦਾ ਦੋਸਤ ਉਸ ਨਾਲ ਗੁੱਸੇ ਹੋ ਜਾਂਦਾ ਹੈ ਅਤੇ ਉਹਨੂੰ ਕਹਿੰਦਾ ਹੈ ਕਿ ਉਹ ਹੁਣ ਉਸ ਨਾਲ ਨਹੀਂ ਜਾਵੇਗਾ। ਤਾਂ ਫਕੀਰ ਕਹਿੰਦਾ ਹੈ ਕਿ ਉਹ ਇਸ ਗੱਲ ਲਈ ਉਸ ਨੂੰ ਮਾਫ ਕਰ ਦੇਵੇ ਅਤੇ ਉਸ ਦੇ ਮਿੱਤਰ ਦਾ ਇੱਕ ਘਰ ਬਾਕੀ ਹੈ, ਉਹ ਉਸ ਨੂੰ ਉਡੀਕ ਰਹੇ ਹਨ, ਉਹ ਉਸ ਨਾਲ ਉਸ ਘਰ ਵਿੱਚ ਚੱਲੇ। ਤਾਂ ਉਹ ਆਪਣੇ ਤੀਸਰੇ ਮਿੱਤਰ ਦੇ ਘਰੇ ਪਹੁੰਚਿਆ ਅਤੇ ਉੱਥੇ ਤੱਕ ਜਾਣ ਦੇ ਸਮੇਂ ਉਸਨੇ ਆਪਣੇ ਆਪ ਨਾਲ ਯਾਨੀ ਕਿ ਆਪਣੇ ਵਿਚਾਰਾਂ ਨਾਲ ਬਹੁਤ ਜ਼ਿਆਦਾ ਲੜਾਈ ਕੀਤੀ। ਉਹਨੇ ਆਪਣੇ ਸਾਹਾਂ ਦੇ ਉੱਪਰ ਕੰਟਰੋਲ ਕਰੀ ਰੱਖਿਆ। ਉਸਨੇ ਕਸਮ ਖਾਧੀ ਹੈ ਕਿ ਉਹ ਕੱਪੜਿਆਂ ਬਾਬਤ ਹੁਣ ਕੋਈ ਵੀ ਗੱਲ ਨਹੀਂ ਕਰੇਗਾ। ਉਸ ਦਾ ਮੱਥਾ ਪਸੀਨੇ ਨਾਲ ਭਰ ਗਿਆ ਹੈ ਕਿਉਂਕਿ ਉਸਨੇ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨ ਉੱਪਰ ਬਹੁਤ ਹੀ ਜ਼ਿਆਦਾ ਜ਼ੋਰ ਲਗਾਇਆ ਹੋਇਆ ਹੈ। ਦੋਸਤੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 52 ਹੁਕਮਨਾਮਿਆਂ ਵਿੱਚ ਲਿਖਿਆ ਹੈ ਕਿ ਕਸਮ ਖਾਣ ਵਾਲੇ ਬੰਦੇ ਤੇ ਕਦੇ ਵੀ ਇਤਬਾਰ ਨਾ ਕਰੋ, ਕਿਉਂਕਿ ਕਸਮ ਖਾਣ ਦਾ ਸੰਕਲਪ ਹੀ ਤਾਂ ਲਿਆ ਜਾਂਦਾ ਹੈ ਕਿਉਂਕਿ ਉਸ ਤੋਂ ਕੋਈ ਤਕੜੀ ਸ਼ਕਤੀ ਉਸ ਦੇ ਅੰਦਰ ਕੰਮ ਕਰ ਰਹੀ ਹੁੰਦੀ ਹੈ। ਫਕੀਰ ਅਤੇ ਉਸ ਦਾ ਦੋਸਤ ਤੀਸਰੇ ਘਰ ਦੇ ਦਰਵਾਜ਼ੇ ਤੇ ਖੜੇ ਹਨ। ਫਿਰ ਤੋਂ ਉਹ ਆਪਣੇ ਦੋਸਤ ਦੀ ਜਾਣ ਪਹਿਚਾਣ ਕਰਾਉਣੀ ਸ਼ੁਰੂ ਕਰਦਾ ਹੈ। ਉਹ ਕਹਿੰਦਾ ਹੈ ਕਿ ਇਹ ਮੇਰਾ ਬਹੁਤ ਹੀ ਵਧੀਆ ਮਿੱਤਰ ਹੈ, ਇਹ ਮੇਰੇ ਬਚਪਨ ਦਾ ਸਾਥੀ ਹੈ, ਇਸ ਦਾ ਨਾਮ ਜਮਾਲ ਹੈ। ਅਤੇ ਰਹੀ ਕੱਪੜਿਆਂ ਦੀ ਗੱਲ, ਤਾਂ ਮੈਂ ਕਸਮ ਖਾਧੀ ਹੈ ਕਿ ਮੈਂ ਕੱਪੜਿਆਂ ਬਾਰੇ ਕੋਈ ਵੀ ਗੱਲ ਨਹੀਂ ਕਰੂੰਗਾ। ਸੋ ਕੁਮਾ ਕੇ ਕੱਪੜਿਆਂ ਦਾ ਵਿਚਾਰ ਜੋ ਉਸਦੇ ਮਨ ਅੰਦਰ ਘਰ ਕਰੀ ਬੈਠਾ ਸੀ, ਉਹ ਇੱਕ ਵਾਰ ਫਿਰ ਉਸਦੀ ਜ਼ੁਬਾਨ ਵਿੱਚੋਂ ਨਿਕਲ ਗਿਆ। ਉਹ ਆਪਣੇ ਵਿਚਾਰਾਂ ਤੇ ਕਾਬੂ ਨਹੀਂ ਕਰ ਸਕਿਆ। ਸੋ ਦੋਸਤੋ, ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਿ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਸੌਖਾ ਹੈ ਜਾਂ ਔਖਾ, ਅਤੇ ਤੁਹਾਡੀ ਸਮਝ ਨਾਲ ਉਹ ਕਿਹੜਾ ਸੌਖੇ ਤੋਂ ਸੌਖਾ ਰਸਤਾ ਹੈ ਜਿਸ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਕੰਟਰੋਲ ਕਰ ਸਕਦੇ ਹਾਂ। ਧੰਨਵਾਦ।